ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕਿੰਨੇ ਹੋਏ ਮਰੀਜ਼, ਕਿੰਨੇ ਹੋਏ ਠੀਕ ਤੇ ਕਿੰਨੀਆਂ ਹੋਈਆਂ ਮੌਤਾਂ। ਟੋਰਾਂਟੋ ਤੇ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਕੀ ਨੇ ਹਾਲ, ਦੱਸਾਂਗੇ ਕਿ ਕੋਵਿਡ-19 ਕਰਕੇ ਓਟਵਾ ਦਰਮਿਆਨ ਇੱਕ ਦਿਨ 'ਚ ਟੁੱਟਿਆ ਪ੍ਰਤੀ ਦਿਨ ਮੌਤਾਂ ਦੀ ਗਿਣਤੀ ਸਾਹਮਣੇ ਆਉਣ ਦਾ ਰਿਕਾਰਡ। BC ਟ੍ਰਾਂਜ਼ਿਟ ਸਮੇਤ ਟਰਾਂਸਲਿੰਕ ਨੇ ਕੀਤਾ ਮੁੜ ਤੋਂ ਕਿਰਾਇਆ ਲੈਣਾ ਸ਼ੁਰੂ ਕਰਨ ਦੇ ਬਾਰੇ ਐਲਾਨ, ਦੱਸਾਂਗੇ ਯਾਤਰੀਆਂ ਲਈ ਕੀ ਹੋਣਗੀਆਂ ਹਦਾਇਤਾਂ। ਮੈਟਰੋ ਵੈਨਕੂਵਰ ਵਿੱਚ ਘਰਾਂ ਦੀ ਵਿਕਰੀ ਹੇਠਾਂ ਆਉਣ ਸੰਬੰਧੀ ਇੱਕ ਮਹੀਨੇ 'ਚ ਟੁੱਟਿਆ 40 ਸਾਲ ਦਾ ਰਿਕਾਰਡ। ਏਅਰ ਕੈਨੇਡਾ ਨੂੰ ਹੋਇਆ 4 ਮਹੀਨੇ ਵਿੱਚ $1.5 ਬਿਲੀਅਨ ਦਾ ਨੁਕਸਾਨ, ਦੱਸਾਂਗੇ ਹੋਰ ਕੀ ਦਿੱਤੀ ਗਈ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਵਿੱਚ ਨਰਸਾਂ ਦੀ ਯੂਨੀਅਨ ਨੇ ਕੀਤੇ ਕਈ ਖੁਲਾਸੇ। ਇੱਕ ਸ਼ਿਫਟ ਵਿੱਚ ਮਿਲਦਾ ਹੈ ਇੱਕ ਮਾਸਕ। ਮਾਰਚ 20 ਤੋਂ ਹੁਣ ਤੱਕ ਆਈਆਂ 1700 ਸ਼ਿਕਾਇਤਾਂ। ਯੂਨੀਅਨ ਦੇ ਵਿਰੋਧ ਤੋਂ ਬਾਅਦ ਵੀ ਐਲਬਰਟਾ ਵਿੱਚ ਕਾਰਗਿਲ ਪਲਾਂਟ ਦਾ ਕੰਮ ਹੋਇਆ ਸ਼ੁਰੂ। ਇਸ ਕੰਪਨੀ ਵਿੱਚ ਕੋਰੋਨਾ ਵਾਇਰਸ ਫੈਲਣ ਕਰਕੇ ਹੁਣ ਤੱਕ 1000 ਦੇ ਕਰੀਬ ਕਾਮਿਆਂ ਨੂੰ ਹੋ ਚੁੱਕਿਆ ਕੋਵਿਡ-19। ਦੱਸਾਂਗੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਔਰਤਾਂ ਤੇ ਬੱਚਿਆਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਕੀ ਕੀਤਾ ਉਪਰਾਲਾ। ਸਰੀ ਦੇ ਨਿਊਟਨ ਵਿੱਚ ਇੱਕ ਘਰ ਅੰਦਰੋਂ ਮਿਲਿਆ ਨਸ਼ਾ ਤੇ ਕੈਸ਼, 2 ਔਰਤਾਂ ਸਮੇਤ 4 ਗ੍ਰਿਫਤਾਰੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕੀ ਦਿੱਤੀ ਨਵੀਂ ਜਾਣਕਾਰੀ, ਵਿਸਥਾਰ ਵਿੱਚ ਦੱਸਾਂਗੇ। ਇਸ ਤਰ੍ਹਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 60,000 ਤੋਂ ਪਾਰ ਹੋ ਚੁੱਕੀ ਹੈ। ਇਸ ਦੌਰਾਨ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਹੋਏ ਨੇ ਹਰ ਸੂਬੇ ਤੋਂ ਅੰਕੜੇ। ਕੈਨੇਡਾ ਭਰ ਵਿੱਚ 60,761 ਕੋਰੋਨਾ ਵਾਇਰਸ ਦੇ ਮਰੀਜ਼ ਹੋ ਚੁੱਕੇ ਨੇ, 3854 ਮੌਤਾਂ ਹੋ ਚੁੱਕੀਆਂ ਨੇ ਤੇ 26,030 ਵਿਅਕਤੀ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਵਿੱਚ 5,836 ਵਿਅਕਤੀ ਕੋਰੋਨਾ ਵਾਇਰਸ ਦੇ ਮਰੀਜ਼ ਹੋ ਚੁੱਕੇ ਨੇ, 104 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 2224 ਮਰੀਜ਼, 117 ਮੌਤਾਂ। ਮੈਨੀਟੋਬਾ ਵਿੱਚ 281 ਮਰੀਜ਼, 6 ਮੌਤਾਂ। ਨਿਊ ਬਰੰਸਵਿਕ ਵਿੱਚ 118 ਮਰੀਜ਼। ਨਿਊ ਫਾਊਂਡਲੈਂਡ ਵਿੱਚ 259 ਮਰੀਜ਼, 3 ਮੌਤਾਂ। ਨੋਵਾ ਸਕੋਸ਼ੀਆ ਵਿੱਚ 985 ਮਰੀਜ਼, 38 ਮੌਤਾਂ। ਓਨਟਾਰੀਓ ਵਿੱਚ 17,923 ਮਰੀਜ਼, 1427 ਮੌਤਾਂ। ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ 27 ਮਰੀਜ਼। ਕਿਊਬੈਕ ਵਿੱਚ 32,623 ਮਾਮਲੇ, 2280 ਮੌਤਾਂ। ਸਸਕੈਚਵਨ ਵਿੱਚ 467 ਮਾਮਲੇ, 6 ਮੌਤਾਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ, ਨੁਨਾਵਤ ਤੋਂ 1 ਮਾਮਲਾ ਸਾਹਮਣੇ ਆਇਆ ਸੀ, ਯੂਕੋਨ ਤੋਂ 11 ਮਾਮਲੇ। ਕੈਨੇਡਾ ਦੀ ਰਾਜਧਾਨੀ ਓਟਵਾ ਤੋਂ ਅੱਜ ਇੱਕ ਦਿਨ ਦੇ ਵਿੱਚ ਮੌਤਾਂ ਦੇ ਜਿੰਨੇ ਮਾਮਲੇ ਸਾਹਮਣੇ ਆਏ ਨੇ, ਉਹ ਓਟਵਾ ਤੋਂ ਹਰ ਰੋਜ਼ ਸਾਹਮਣੇ ਆਉਣ ਵਾਲੀ ਕੋਰੋਨਾ ਵਾਇਰਸ ਦੇ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਰਿਕਾਰਡ ਤੋੜ ਚੁੱਕੇ ਨੇ। ਤੇ ਉੱਧਰ ਟੋਰਾਂਟੋ ਦੇ ਵਿੱਚ ਵੀ ਮੌਤਾਂ ਦੀ ਗਿਣਤੀ ਕਾਫੀ ਵਧੀ ਹੈ। ਪਰ ਇਸ ਦੌਰਾਨ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਨੇ ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਹਾਲਾਤ। ਕੈਨੇਡਾ ਦੀ ਰਾਜਧਾਨੀ ਓਟਵਾ ਤੇ ਨਾਲ ਹੀ ਓਨਟਾਰੀਓ ਦੇ ਸ਼ਹਿਰ ਟੋਰਾਂਟੋ ਤੋਂ ਸਾਨੂੰ ਹੁਣ ਅੰਕੜੇ ਦੱਸਾਂਗੇ। ਦਰਅਸਲ ਹੈਰਾਨੀਜਨਕ ਅੰਕੜੇ ਇਸ ਕਰਕੇ ਸਾਹਮਣੇ ਆਏ ਨੇ ਕਿਉਂਕਿ ਦੋਵੇਂ ਥਾਵਾਂ ਦੇ ਉੱਤੇ ਮੌਤਾਂ ਦੀ ਗਿਣਤੀ ਕਾਫੀ ਜ਼ਿਆਦਾ ਵਧੀ ਹੈ। ਓਟਵਾ ਵਿੱਚ ਤਾਂ ਮੌਤਾਂ ਦੀ ਗਿਣਤੀ ਜੋ ਅੱਜ ਸਾਹਮਣੇ ਆਈ ਹੈ, ਉਹ ਹੁਣ ਤੱਕ ਕਿਸੇ ਵੀ ਦਿਨ ਜਦੋਂ ਓਟਵਾ ਤੋਂ ਰਿਪੋਰਟ ਸਾਹਮਣੇ ਆਈ ਤਾਂ ਇੰਨੀਆਂ ਮੌਤਾਂ ਨਹੀਂ ਹੋਈਆਂ। ਇੱਕ ਦਿਨ ਦੇ ਵਿੱਚ 35 ਮੌਤਾਂ ਦੀ ਗਿਣਤੀ ਓਟਵਾ 'ਚ ਸਾਹਮਣੇ ਆਈ ਹੈ, ਜੋ ਕਿ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਜਦੋਂ ਇਸ ਦੇ ਬਾਰੇ ਰਿਪੋਰਟ ਦਿੱਤੀ ਗਈ ਤਾਂ ਉਸ ਸਮੇਂ ਸਾਂਝਾ ਕੀਤਾ ਗਿਆ, ਜਿਸ ਸੰਬੰਧੀ ਕੁੱਲ ਮੌਤਾਂ ਦੀ ਗਿਣਤੀ ਹੁਣ ਸਿਰਫ ਓਟਵਾ ਦੇ ਵਿੱਚ ਹੀ 127 ਹੋ ਚੁੱਕੀ ਹੈ, ਜਿੱਥੇ ਕਿ 1504 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਨੇ। ਪਰ ਜੇ ਟੋਰਾਂਟੋ ਦੀ ਗੱਲ ਕਰੀਏ ਤਾਂ ਟੋਰਾਂਟੋ ਵਿੱਚ ਉੱਥੇ ਨਾਲੋਂ ਮੌਤਾਂ ਜ਼ਿਆਦਾ ਨੇ, ਜਿੱਥੇ ਕਿ 449 ਵਿਅਕਤੀਆਂ ਦੀ ਹੁਣ ਤੱਕ ਕੋਰੋਨਾ ਵਾਇਰਸ ਕਰਕੇ ਮੌਤ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਪਰ ਇੱਥੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਟੋਰਾਂਟੋ ਵਿੱਚ ਔਸਤਨ ਰੇਟ ਹੈ ਜੋ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਫੈਲਣ ਦਾ, ਉਹ ਪਹਿਲਾਂ ਨਾਲੋਂ ਘਟ ਗਿਆ ਹੈ। ਪਰ ਹੁਣ ਤੱਕ ਪੁਸ਼ਟੀ ਕੀਤੀ ਗਈ ਹੈ ਕਿ ਟੋਰਾਂਟੋ ਵਿੱਚ ਕੋਰੋਨਾ ਵਾਇਰਸ ਕਰਕੇ 449 ਮੌਤਾਂ ਹੋ ਗਈਆਂ ਨੇ। 6278 ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 4022 ਵਿਅਕਤੀ ਕੋਵਿਡ-19 ਤੋਂ ਠੀਕ ਵੀ ਹੋ ਗਏ ਨੇ। ਜਿਵੇਂ ਕਿ ਤੁਹਾਨੂੰ ਪਹਿਲਾਂ ਖਬਰ ਦਿੱਤੀ ਸੀ ਕਿ BC ਟ੍ਰਾਂਜ਼ਿਟ ਦੇ ਵੱਲੋਂ ਐਲਾਨ ਕੀਤਾ ਗਿਆ ਹੈ 1 ਜੂਨ ਤੋਂ ਕਿਰਾਇਆ ਲੈਣਾ ਸ਼ੁਰੂ ਕੀਤਾ ਜਾ ਰਿਹਾ ਹੈ। ਟਰਾਂਸਲਿੰਕ ਦੇ ਵੱਲੋਂ ਵੀ ਕੁਝ ਅਜਿਹਾ ਹੀ ਕਿਹਾ ਗਿਆ ਹੈ, ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਬੱਸ ਸਰਵਿਸ ਜੋ ਚੱਲਦੀ ਹੈ, ਮੈਟਰੋ ਵੈਨਕੂਵਰ ਦੇ ਵਿੱਚ ਵੀ ਸਾਰੇ ਕਿਤੇ ਕਿਰਾਇਆ ਬੱਸਾਂ ਦਾ 1 ਜੂਨ ਤੋਂ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਡਰਾਈਵਰਸ ਦੀ ਸੁਰੱਖਿਆ ਨੂੰ ਦੇਖਦੇ ਹੋਏ ਤੇ ਕੋਵਿਡ-19 ਦੇ ਕਾਰਨ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਸਨ, ਉਸ ਤੋਂ ਬਾਅਦ
ਬੱਸਾਂ ਦੇ ਅੱਗੇ ਵਾਲੇ ਦਰਵਾਜ਼ਿਆਂ ਤੋਂ ਚੜ੍ਹਨਾ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿਰਫ ਪਿੱਛੇ ਵਾਲੇ ਦਰਵਾਜ਼ਿਆਂ ਤੋਂ ਚੜ੍ਹਨਾ ਤੇ ਉਤਰਨਾ। ਪਰ ਹੁਣ ਅੱਗੇ ਵਾਲੇ ਦਰਵਾਜ਼ੇ ਖੋਲ੍ਹੇ ਜਾ ਰਹੇ ਨੇ, ਜਿਸ ਦੇ ਵਿੱਚ ਡਰਾਈਵਰਸ ਦੀ ਸੁਰੱਖਿਆ ਨੂੰ ਦੇਖਦੇ ਹੋਏ ਵੱਖਰੇ ਕੈਬਿਨ ਦੀ ਤਰ੍ਹਾਂ ਬਣਾਏ ਜਾ ਰਹੇ ਨੇ ਕਿ ਪੂਰੀ ਤਰ੍ਹਾਂ ਡਰਾਈਵਰ ਸੁਰੱਖਿਅਤ ਹੋਣਗੇ ਕਿ ਉਹ ਕਿਸੇ ਵੀ ਸਵਾਰੀ ਦੇ ਸੰਪਰਕ ਵਿੱਚ ਨਹੀਂ ਆਉਣਗੇ, ਜਿਸ ਨੂੰ ਲੈ ਕੇ BC ਟਰਾਂਜ਼ਿਟ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਤੇ ਇਹੋ ਕਾਰਨ ਹੈ ਕਿ ਇਹ ਕੰਮ ਥੋੜਾ ਅੱਗੇ ਜਿਹੜਾ 1 ਜੂਨ ਤੋਂ ਇਸ ਫੈਸਲੇ ਨੂੰ ਲਾਗੂ ਕੀਤਾ ਜਾ ਰਿਹਾ ਹੈ, ਜਦ ਕਿ ਪੂਰੀ ਮਈ ਫਿਲਹਾਲ ਸਾਰੀਆਂ ਸਵਾਰੀਆਂ ਦੇ ਵਾਸਤੇ ਬੱਸਾਂ ਦਾ ਕਿਰਾਇਆ ਨਹੀਂ ਲਿਆ ਜਾਵੇਗਾ। ਸਾਰੀਆਂ ਬੱਸਾਂ 'ਚ ਸਫ਼ਰ ਕਰਨਾ ਹਜੇ ਵੀ ਮੁਫਤ ਚੱਲੇਗਾ, ਪਰ 1 ਜੂਨ ਤੋਂ ਸਭ ਨੂੰ ਆਪਣਾ ਕਿਰਾਇਆ ਨਾਲ ਲੈ ਕੇ ਆਉਣਾ ਪਵੇਗਾ। ਜੋ ਵੀ ਆਪਣੇ ਕਾਰਡ ਵੀ ਰੀਚਾਰਜ ਕਰਾਉਣੇ ਨੇ, ਉਹ ਕਾਰਡ ਰੀਚਾਰਜ ਕਰਵਾਉਣੇ ਪੈਣਗੇ। ਇਸ ਦੇ ਨਾਲ ਹੀ ਹਦਾਇਤਾਂ ਇਹ ਵੀ ਨੇ ਕਿ ਜੋ ਹੁਣ ਤੱਕ ਵੱਖੋ ਵੱਖਰੇ ਫੈਸਲੇ ਲਾਗੂ ਕੀਤੇ ਗਏ ਸਨ ਕਿ ਬੱਸਾਂ ਵਿੱਚ ਇੱਕ ਦੂਜੇ ਤੋਂ ਵਿੱਥ ਬਣਾ ਕੇ ਬਹਿਣਾ ਹੈ, ਜ਼ਿਆਦਾ ਗਿਣਤੀ ਵਿੱਚ ਸਵਾਰੀਆਂ ਬੱਸਾਂ 'ਚ ਨਹੀਂ ਚੜ੍ਹ ਸਕਦੀਆਂ, ਉਹ ਉਸੇ ਤਰ੍ਹਾਂ ਲਾਗੂ ਰਹਿਣਗੇ। ਇਸ ਦੌਰਾਨ ਸੁਰੱਖਿਆ ਨੂੰ ਦੇਖਦੇ ਹੋਏ ਇਹ ਜ਼ਰੂਰ ਧਿਆਨ ਦਿੱਤਾ ਜਾਵੇਗਾ ਕਿ ਸਵਾਰੀਆਂ ਇੱਕ ਦੂਜੇ ਤੋਂ ਦੂਰ ਬੈਠਣ ਤੇ ਘੱਟ ਚੜ੍ਹਨ, ਪਰ ਕਿਰਾਇਆ ਉਹਨਾਂ ਤੋਂ ਜ਼ਰੂਰ ਲਿਆ ਜਾਵੇਗਾ ਜਿੰਨੀਆਂ ਵੀ ਸਵਾਰੀਆਂ ਬੱਸਾਂ ਵਿੱਚ ਚੜ੍ਹਨਗੀਆਂ, ਕਿਉਂਕਿ ਇਸ ਮੌਕੇ ਵੱਖੋ ਵੱਖਰੀਆਂ ਕੰਪਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਿੰਨਾ ਜ਼ਿਆਦਾ ਇਸ ਸਮੇਂ ਜੋ ਕਿਰਾਇਆ ਨਹੀਂ ਲਿਆ ਜਾ ਰਿਹਾ ਤੇ ਸਵਾਰੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਘਟ ਗਈ ਹੈ, ਰਾਈਡਰਸ਼ਿਪ 85% ਤੱਕ ਘਟ ਗਈ, ਜਿਸ ਤੋਂ ਬਾਅਦ ਕਾਫੀ ਜ਼ਿਆਦਾ ਇਸ ਸਮੇਂ ਦਿੱਕਤ ਦਾ ਸਾਹਮਣਾ ਕੀਤਾ ਜਾ ਰਿਹਾ ਟਰਾਂਜ਼ਿਟ ਦੇ ਵੱਲੋਂ, ਚਾਹੇ ਉਹ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਸੂਬੇ ਵਿੱਚ ਕਿਉਂ ਨਾ ਹੋਵੇ। ਉਹਨਾਂ ਨੂੰ ਜੋ ਚੁਣੌਤੀਆਂ ਆ ਰਹੀਆਂ ਨੇ ਉਸ ਦੇ ਬਾਰੇ ਜਾਣਕਾਰੀ ਉਹ ਸਾਂਝੀ ਜ਼ਰੂਰ ਕਰ ਰਹੇ ਨੇ ਕਿ ਵਾਰ-ਵਾਰ ਉਹਨਾਂ ਦੇ ਵੱਲੋਂ ਸੈਨੀਟਾਈਜ਼ ਵੀ ਕੀਤਾ ਜਾ ਰਿਹਾ, ਆਪਣੇ ਵਾਹਨਾਂ ਨੂੰ ਸਫਾਈ ਵੀ ਪੂਰੀ ਕੀਤੀ ਜਾ ਰਹੀ ਹੈ, ਹਦਾਇਤਾਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ। ਪਰ ਜੋ ਕਿਰਾਇਆ ਨਹੀਂ ਲੈ ਪਾ ਰਹੇ ਉਸ ਦੇ ਕਰਕੇ ਇੱਕ ਇਹ ਵੀ ਹੈ ਕਿ ਕਮਾਈ ਬਿਲਕੁਲ ਵੀ ਨਹੀਂ ਹੋ ਰਹੀ, ਜਿਸ ਦੇ ਕਰਕੇ ਘਾਟੇ ਵਿੱਚ ਜਾ ਰਹੀਆਂ ਨੇ ਜਿਹੜਾ ਟਰਾਂਸਪੋਰਟ ਦਾ ਕੰਮ ਹੈ ਉਹਨਾਂ ਦਾ, ਜਿਸ ਦੇ ਲਈ ਹੁਣ ਇਹ ਫੈਸਲਾ ਲਿਆ ਗਿਆ ਕਿ 1 ਜੂਨ ਤੋਂ BC ਟਰਾਂਜ਼ਿਟ ਦੇ ਵੱਲੋਂ ਲਾਗੂ ਕਰ ਦਿੱਤਾ ਜਾਵੇਗਾ ਕਿ ਕਿਰਾਇਆ ਲਿਆ ਜਾਵੇਗਾ। ਪਰ ਫਿਲਹਾਲ ਇਹ ਤਾਂ ਨਹੀਂ ਹੈ ਕਿ ਆਮ ਵਰਗੀ ਕਮਾਈ ਹੋਵੇਗੀ ਕਿ ਪਹਿਲਾਂ ਵਾਂਗ ਹੀ ਸਿਸਟਮ ਚੱਲ ਪਵੇਗਾ, ਕਿਉਂਕਿ ਸਵਾਰੀਆਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਹੋਵੇਗੀ ਵੀ, ਤੇ ਨਾਲ ਹੀ ਬੱਸਾਂ ਦੇ ਵਿੱਚ ਵੀ ਸਵਾਰੀਆਂ ਘੱਟ ਹੀ ਚੜਾਈਆਂ ਜਾਣਗੀਆਂ ਤੇ ਡਰਾਈਵਰਸ ਦੀ ਸੁਰੱਖਿਆ ਹੈ ਜਿਹੜੀ ਉਹਦਾ ਵੀ ਧਿਆਨ ਰੱਖਿਆ ਜਾਵੇਗਾ ਖਾਸ ਤੌਰ ਦੇ ਉੱਤੇ, ਤੇ ਡਰਾਈਵਰਸ ਨੂੰ ਜਿਹੜੀਆਂ ਹਦਾਇਤਾਂ ਹੈ ਉਹ ਵੀ ਦਿੱਤੀਆਂ ਜਾਣਗੀਆਂ ਕਿ ਕਿਰਾਇਆ ਜਿਵੇਂ ਲੈਣਾ ਵੀ ਹੈ ਤਾਂ ਇਸ ਦੌਰਾਨ ਕਿਸ ਤਰ੍ਹਾਂ ਜਿਹੜੀਆਂ ਸਵਾਰੀਆਂ ਉਹਨਾਂ ਦੇ ਸੰਪਰਕ ਵਿੱਚ ਨਾ ਆਉਣ ਡਰਾਈਵਰਸ ਤੇ ਇੱਕ ਦੂਜੇ ਦੇ ਸੰਪਰਕ ਵਿੱਚ ਵੀ ਨਾ ਆਉਣ, ਤਾਂ ਕਿ ਉਹਨਾਂ ਦਾ ਵੀ ਧਿਆਨ ਰੱਖਿਆ ਜਾ ਸਕੇ ਕਿ ਜੇ ਕੋਵਿਡ-19 ਦੇ ਕਰਕੇ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ, ਵੱਖੋ ਵੱਖਰੇ ਫੈਸਲੇ ਲਏ ਜਾ ਰਹੇ ਨੇ, ਆਰਥਿਕਤਾ ਦੇ ਪੱਧਰ ਦੇ ਉੱਤੇ ਬੇਸ਼ੱਕ ਨੁਕਸਾਨ ਵੀ ਹੋ ਰਿਹਾ ਹੈ ਤੇ ਇਸ ਦੌਰਾਨ ਚੁਣੌਤੀਆਂ ਦਾ ਸਾਹਮਣਾ ਸਰਕਾਰਾਂ ਵੀ ਕਰ ਰਹੀਆਂ ਨੇ, ਪਰ ਜਿੱਥੇ ਇੱਕ ਪਾਸੇ ਕੋਵਿਡ-19 ਕਰਕੇ ਹਦਾਇਤਾਂ ਲਾਈਆਂ ਗਈਆਂ ਨੇ ਤਾਂ ਉਹਨਾਂ ਹੀ ਹਦਾਇਤਾਂ ਦੇ ਮੱਦੇਨਜ਼ਰ ਵੱਖੋ ਵੱਖਰੇ ਬਿਜ਼ਨਸ ਖੋਲ੍ਹੇ ਵੀ ਜਾ ਰਹੇ ਨੇ। ਜਿਵੇਂ ਹੁਣ BC ਟਰਾਂਜ਼ਿਟ ਦੇ ਵੱਲੋਂ ਲਏ ਗਏ ਫੈਸਲੇ ਦੀ ਗੱਲ ਹੀ ਕਰ ਲਈਏ ਕਿ ਕਿਰਾਇਆ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ। ਬਸ ਉਹ ਹਦਾਇਤ ਹੈ ਜਿਹੜੀ ਕੋਵਿਡ-19 ਦੇ ਕਰਕੇ ਸੁਰੱਖਿਆ ਦੇ ਸੰਬੰਧੀ ਜਿਹੜੀ ਪਾਲਣਾ ਕਰਨੀ ਹੈ ਉਸ ਦਾ ਤਰੀਕਾ ਬਦਲ ਦਿੱਤਾ ਗਿਆ ਹੈ ਕਿ ਡਰਾਈਵਰਸ ਤੋਂ ਇੱਕ ਵਿੱਥ ਨਹੀਂ ਬਣਾਈ ਗਈ ਸਵਾਰੀਆਂ ਦੀ, ਸਗੋਂ ਡਰਾਈਵਰਸ ਦੇ ਇੱਕ ਵੱਖਰੇ ਕੈਬਿਨ ਦੀ ਤਰ੍ਹਾਂ ਬਣਾ ਦਿੱਤੇ ਜਾਣਗੇ ਕਿ ਉਹ ਕਿਸੇ ਦੇ ਸੰਪਰਕ ਵਿੱਚ ਨਾ ਆਉਣ। ਤਾਂ ਕੁਝ ਇਸੇ ਤਰ੍ਹਾਂ ਜਿੰਨੀਆਂ ਵੀ ਕੰਮ ਵਾਲੀਆਂ ਥਾਵਾਂ ਵੀ ਹੁਣ ਖੋਲ੍ਹੀਆਂ ਜਾਣਗੀਆਂ ਤਾਂ ਕਿ ਆਰਥਿਕਤਾ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਸ ਨੂੰ ਥੋੜ੍ਹਾ ਬਹੁਤ ਰੋਕਿਆ ਜਾ ਸਕੇ। ਤਾਂ ਉਹਨਾਂ ਥਾਵਾਂ ਦੇ ਉੱਤੇ ਵੀ ਇਹ ਨਹੀਂ ਹੈ ਕਿ ਪਹਿਲਾਂ ਵਾਂਗ ਹੋ ਜਾਣਗੀਆਂ ਕੰਮ ਵਾਲੀਆਂ ਥਾਵਾਂ, ਨਹੀਂ। ਇਸ ਸੰਬੰਧੀ ਵੱਖੋ ਵੱਖਰੇ ਜਿਹੜਾ ਲੋਕਾਂ ਨੂੰ ਅਲੱਗ ਰਹਿਣ ਦੇ ਵਾਸਤੇ ਵੀ ਕਿਹਾ ਜਾ ਰਿਹਾ ਹੈ। ਜਿਹੜੀਆਂ ਕੋਵਿਡ-19 ਦੇ ਕਰਕੇ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਉਹ ਸਾਰੀਆਂ ਹਦਾਇਤਾਂ ਦੀ ਪਾਲਣਾ ਕੰਮ ਵਾਲੀਆਂ ਥਾਵਾਂ ਦੇ ਉੱਤੇ ਨਾ ਸਿਰਫ ਇੰਪਲੋਈਜ਼ ਨੂੰ ਵੀ ਸਾਰਿਆਂ ਨੂੰ ਕਰਨੀਆਂ ਪੈਣਗੀਆਂ ਕਿ ਆਪਣੀ ਸੁਰੱਖਿਆ ਦਾ ਤੇ ਦੂਜਿਆਂ ਦੀ ਸੁਰੱਖਿਆ ਦਾ ਉਹ ਧਿਆਨ ਰੱਖ ਸਕਣ। ਤੇ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕੋਵਿਡ-19 ਦੇ ਕਰਕੇ ਜਿਵੇਂ ਕਿ ਹਰ ਅਦਾਰਾ ਪ੍ਰਭਾਵਿਤ ਹੋ ਰਿਹਾ ਹੈ ਤੇ ਹਰ ਵਿਭਾਗ ਤੋਂ ਵਿੱਤੀ ਪੱਧਰ ਦੇ ਉੱਤੇ ਨੁਕਸਾਨ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਇਸੇ ਨਾਲ ਸੰਬੰਧਿਤ ਹੁਣ ਰੀਅਲ ਐਸਟੇਟ ਬੋਰਡ ਗ੍ਰੇਟਰ ਵੈਨਕੂਵਰ ਤੋਂ ਜਾਣਕਾਰੀ ਸਾਂਝੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਪਹਿਲਾਂ ਨਾਲੋਂ ਜਿਹੜੀ ਵਿਕਰੀ ਹੈ ਘਰਾਂ ਦੀ ਉਹ ਬਹੁਤ ਜ਼ਿਆਦਾ ਹੇਠਾਂ ਆਈ ਹੈ। ਅਪ੍ਰੈਲ ਮਹੀਨੇ ਦੇ ਜਦੋਂ ਅੰਕੜੇ ਸਾਂਝੇ ਕੀਤੇ ਗਏ ਤਾਂ ਉਸ ਦੇ ਵਿੱਚ ਦੱਸਿਆ ਗਿਆ ਕਿ 40% ਦੇ ਕਰੀਬ ਵਿਕਰੀ ਪਹਿਲੇ ਸਮੇਂ ਦੇ ਨਾਲੋਂ ਘਟ ਗਈ ਹੈ, ਜੋ ਕਿ ਪਿਛਲੇ 40 ਸਾਲ ਦੇ ਦਰਮਿਆਨ ਇੰਨੀ ਜ਼ਿਆਦਾ ਇੱਕਦਮ ਘਰਾਂ ਦੀ ਵਿਕਰੀ ਇਸ ਖੇਤਰ ਵਿੱਚ ਨਹੀਂ ਘਟੀ ਸੀ। ਹੁਣ ਇੱਥੇ ਇਹ ਵੀ ਹੈ ਕਿ ਕਿਆਸ ਲਾਏ ਜਾ ਰਹੇ ਸਨ ਕਿ ਘਰਾਂ ਦੀ ਵਿਕਰੀ ਘਟੇਗੀ ਤਾਂ ਰੇਟ ਵੀ ਘਟ ਜਾਣਗੇ, ਪਰ ਪਿਛਲੇ ਸਾਲ ਦੇ ਨਾਲ ਜੇ ਤੁਲਨਾ ਕੀਤੀ ਜਾਵੇ ਤਾਂ ਰੇਟ ਨਹੀਂ ਘਟੇ ਨੇ। ਪਹਿਲਾਂ ਨਾਲੋਂ ਥੋੜ੍ਹਾ ਫਰਕ ਤਾਂ ਪਿਆ ਕਿ ਪਹਿਲੇ ਮਹੀਨੇ ਜਦੋਂ ਕੋਵਿਡ-19 ਦੇ ਕਾਰਨ ਹਾਲਾਤ ਅਜਿਹੇ ਨਹੀਂ ਸਨ ਕਿ ਹੁਣ ਜਿਵੇਂ ਕਿਸੇ ਨੇ ਐਮਰਜੈਂਸੀ ਦੇ ਵਿੱਚ ਆਪਣੀ ਪ੍ਰੋਪਰਟੀ ਵੇਚਣੀ ਹੈ ਜਾਂ ਕਿਸੇ ਨੂੰ ਪ੍ਰੋਪਰਟੀ ਵੇਚਣ ਦੇ ਵਿੱਚ ਇਸ ਵਕਤ ਲੋੜ ਹੈ ਬਹੁਤ ਜ਼ਿਆਦਾ, ਤਾਂ ਹੋ ਸਕਦਾ ਕਿ ਥੋੜ੍ਹਾ ਘੱਟ ਰੇਟ ਮਿਲ ਜਾਵੇ, ਪਰ ਫਿਲਹਾਲ ਵੀ ਜਿਹੜੇ ਰੇਟ ਨੇ ਉਹ ਨਹੀਂ ਘਟੇ। ਅਪ੍ਰੈਲ ਮਹੀਨੇ ਵਿੱਚ 40% ਤੱਕ ਵਿਕਰੀ ਘਰਾਂ ਦੀ ਹੇਠਾਂ ਆਉਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਤੇ ਵਿੱਤੀ ਪੱਧਰ ਦੇ ਉੱਤੇ ਘਾਟਾ ਪੈਣ ਦੀ ਜਾਣਕਾਰੀ 에ਅਰ ਕੈਨੇਡਾ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ, ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ 1.5 ਬਿਲੀਅਨ ਡਾਲਰ ਦਾ ਇੱਕ ਮਹੀਨੇ 'ਚ ਘਾਟਾ ਪਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਜਿੰਨੀ ਕਮਾਈ ਹੋਈ ਸੀ, ਜੇਕਰ ਉਸ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਉਸ ਮੁਤਾਬਕ 1.5 ਬਿਲੀਅਨ ਡਾਲਰ ਦਾ ਘਾਟਾ ਕੰਪਨੀ ਨੂੰ ਪਿਆ। ਇਸ ਸੰਬੰਧੀ 에ਅਰ ਕੈਨੇਡਾ ਦੇ ਵੱਲੋਂ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ, ਜਿਸ ਦੇ ਬਾਰੇ ਤੁਹਾਨੂੰ ਖਬਰ ਵੀ ਦਿਖਾਈ ਸੀ ਕਿ 에ਅਰ ਕੈਨੇਡਾ ਦਾ ਮੰਨਣਾ ਹੈ ਕਿ ਇਸ ਸਾਲ ਦੇ ਅੰਤ ਤੱਕ ਕ੍ਰਿਸਮਸ ਦੀਆਂ ਛੁੱਟੀਆਂ ਜਦੋਂ ਹੋਣੀਆਂ ਨੇ ਸਰਦੀਆਂ ਦੀਆਂ, ਤਾਂ ਉਸ ਵਕਤ ਤੱਕ ਦੁਨੀਆ ਭਰ ਦੇ ਵਿੱਚ ਆਪਣੀ ਸਰਵਿਸ ਮੁੜ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਪਰ ਇਸ ਦੌਰਾਨ ਕੋਵਿਡ-19 ਦੇ ਕਰਕੇ ਜਿਹੜੇ ਹਾਲਾਤ ਬਣੇ ਨੇ ਉਸ ਦੇ ਕਰਕੇ ਲੋਕ ਸਫ਼ਰ ਨਹੀਂ ਕਰ ਰਹੇ, ਜਾਂ ਫਿਰ ਜ਼ਿਆਦਾਤਰ ਦੇਸ਼ਾਂ ਦੇ ਵੱਲੋਂ ਇਸ ਸਮੇਂ ਜੋ ਰੋਕ ਲਗਾਈ ਗਈ ਹੈ ਤਾਂ ਸਰਵਿਸ ਵੀ ਬਹੁਤ ਜ਼ਿਆਦਾ ਘੱਟ ਗਈ ਹੈ, ਜਿਸ ਦੇ ਕਰਕੇ 에ਅਰ ਕੈਨੇਡਾ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇਸ ਦੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ। ਇਸ ਤਰ੍ਹਾਂ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਰਸਾਂ ਦੀ ਇੱਕ ਯੂਨੀਅਨ ਨੇ ਜਾਣਕਾਰੀ ਦਿੱਤੀ ਹੈ ਕਿ 1700 ਸ਼ਿਕਾਇਤਾਂ ਉਹਨਾਂ ਨੂੰ ਮਾਰਚ 20 ਤੋਂ ਬਾਅਦ ਹੁਣ ਤੱਕ ਆ ਚੁੱਕੀਆਂ ਨੇ, ਜਿਸ ਦੇ ਵਿੱਚ ਸਿਹਤ ਕਾਮਿਆਂ ਦੇ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਆਪਣੀ ਸੁਰੱਖਿਆ ਵਾਸਤੇ ਪੂਰਾ ਤੇ ਜਿੰਨਾ ਚਾਹੀਦਾ ਉਨਾ ਸਮਾਨ ਨਹੀਂ ਮਿਲ ਰਿਹਾ। ਕੈਨੇਡਾ ਭਰ ਵਿੱਚ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਯਾਨੀ ਕਿ PPE ਵਾਸਤੇ ਵੱਡੀ ਚੁਣੌਤੀ ਆ ਰਹੀ ਹੈ। ਉਹ ਸਮਾਨ ਜੋ ਸਿਹਤ ਕਾਮਿਆਂ ਵੱਲੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਵਰਤਿਆ ਜਾਂਦਾ, ਜਿਵੇਂ ਕਿ ਗਾਊਨਸ, ਗਲਵਸ, ਫੇਸ ਸ਼ੀਲਡ, N95 ਰੈਸਪੀਰੇਟਰ ਮਾਸਕ, ਤਾਂ ਕਿ ਕੋਵਿਡ-19 ਤੋਂ ਖੁਦ ਨੂੰ ਬਚਾ ਕੇ ਰੱਖ ਸਕਣ। ਪਰ ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਤੋਂ ਨਰਸਿਸ ਦੀ ਇੱਕ ਯੂਨੀਅਨ ਨੇ ਇਸ ਦੇ ਬਾਰੇ ਅਜਿਹੀ ਜਾਣਕਾਰੀ ਦਿੱਤੀ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸਿਹਤ ਕਾਮਿਆਂ ਦੇ ਦਰਮਿਆਨ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਇਸ ਸਮੇਂ ਬਣੀ ਹੋਈ ਹੈ, ਕਿਉਂਕਿ ਉਹਨਾਂ ਨੂੰ ਸਮਾਨ ਪੂਰਾ ਨਹੀਂ ਮਿਲ ਰਿਹਾ। ਇਸ ਦੌਰਾਨ BC ਨਰਸਿਸ ਯੂਨੀਅਨ ਨੇ ਕਿਹਾ ਕਿ 20 ਮਾਰਚ ਤੋਂ ਬਾਅਦ ਹੁਣ ਤੱਕ ਉਹਨਾਂ ਨੂੰ 1700 ਸ਼ਿਕਾਇਤਾਂ ਆਈਆਂ ਨੇ, ਜਿਸ ਦੇ ਵਿੱਚ ਵੱਖੋ ਵੱਖਰੇ ਕਾਮਿਆਂ ਦੇ ਵੱਲੋਂ ਗਾਊਨ, ਗਲਵਸ, ਫੇਸ ਸ਼ੀਲਡ ਤੇ N95 ਰੈਸਪੀਰੇਟਰ ਮਾਸਕਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਉਹਨਾਂ ਦੇ ਕੋਲ ਗਿਣਤੀ ਪੂਰੀ ਨਹੀਂ ਹੁੰਦੀ। ਇਸ ਸੰਬੰਧੀ ਕਈ ਨਰਸਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਆਪਣੀ ਇੱਕ ਸ਼ਿਫਟ ਵਾਸਤੇ ਇੱਕ ਫੇਸ ਮਾਸਕ ਹੀ ਮਿਲਦਾ ਹੈ, ਜਿਸ ਦੇ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਬ੍ਰੇਕ ਦੇ ਵਾਸਤੇ ਜਾਣਾ ਹੈ ਕੁਝ ਸਮੇਂ ਲਈ ਤਾਂ ਆਪਣੇ ਜਿਹੜਾ ਮਾਸਕ ਪਹਿਲਾਂ ਲਗਾਇਆ ਹੋਇਆ ਹੈ ਉਸੇ ਨੂੰ ਇੱਕ ਟਾਵਲ ਪੇਪਰ ਦੇ ਉੱਤੇ ਰੱਖ ਕੇ ਜਾਇਆ ਜਾਵੇ ਤੇ ਮੁੜ ਕੇ ਫੇਰ ਆ ਕੇ ਉਸੇ ਮਾਸਕ ਨੂੰ ਲਗਾ ਲਿਆ ਜਾਵੇ, ਜਿਸ ਸੰਬੰਧੀ ਕਈ ਸਵਾਲ ਖੜੇ ਕੀਤੇ ਜਾ ਰਹੇ ਨੇ। ਇਸ ਦੇ ਉੱਤੇ ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਵੀ ਕਾਫੀ ਵਾਰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਉਹਨਾਂ ਨੇ ਸਿਹਤ ਕਾਮਿਆਂ ਲਈ ਇਸ ਸਮਾਨ ਦੀ ਪੂਰਤੀ ਵਾਸਤੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਨੇ ਤੇ ਇਸ ਦੇ ਉੱਤੇ ਹੋਰ ਕੰਮ ਵੀ ਚੱਲ ਰਿਹਾ ਹੈ। ਬੇਸ਼ੱਕ ਇਸ ਬਾਰੇ ਬਾਰ-ਬਾਰ ਜਾਣਕਾਰੀ ਦਿੱਤੀ ਗਈ ਹੈ ਕਿ ਬਾਹਰੋਂ ਸਿਹਤ ਕਾਮਿਆਂ ਨਾਲ ਸੰਬੰਧਿਤ ਇਹ ਸਾਰਾ ਸਮਾਨ ਆ ਗਿਆ ਹੈ ਜੋ ਕਿ ਵੰਡਿਆ ਵੀ ਜਾ ਰਿਹਾ ਹੈ, ਪਰ ਫਿਰ ਵੀ ਇਸ ਸਮਾਨ ਦੀ ਪੂਰਤੀ ਨਹੀਂ ਹੋ ਰਹੀ, ਜਿਸ ਦਾ ਖੁਲਾਸਾ ਬ੍ਰਿਟਿਸ਼ ਕੋਲੰਬੀਆ ਤੋਂ ਨਰਸਿਸ ਯੂਨੀਅਨ ਦੇ ਵੱਲੋਂ ਇਸ ਜਾਣਕਾਰੀ ਨੂੰ ਸਾਂਝਾ ਕਰਕੇ ਕੀਤਾ ਗਿਆ। ਚਾਹੇ ਫੈਡਰਲ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ, ਸਿਹਤ ਕਾਮਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਖੋ ਵੱਖਰੇ ਐਲਾਨ ਤੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੇ ਵਾਸਤੇ ਜੋ ਕਦਮ ਚੁੱਕੇ ਜਾਂਦੇ ਨੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਰ ਇਸ ਸਮੇਂ ਜੋ ਇਹ ਸ਼ਿਕਾਇਤਾਂ ਸਾਹਮਣੇ ਆਈਆਂ ਨੇ, ਜਿਸ ਦਾ ਜ਼ਿਕਰ ਬ੍ਰਿਟਿਸ਼ ਕੋਲੰਬੀਆ ਦੀ ਨਰਸਿਸ ਯੂਨੀਅਨ ਨੇ ਕੀਤਾ ਹੈ, ਉਸ ਦੇ ਬਾਰੇ ਅੱਗੇ ਹੁਣ ਕੀ ਕਦਮ ਹੋਵੇਗਾ ਤੇ ਇਸ ਦੇ ਉੱਤੇ ਅੱਗੇ ਸਰਕਾਰ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਉਹ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ। ਪਰ ਇੱਥੇ ਵੀ ਜ਼ਿਕਰਯੋਗ ਹੈ ਕਿ ਸਮੇਂ-ਸਮੇਂ ਉੱਤੇ ਜਿਹੜੀਆਂ ਸੁਰੱਖਿਆ ਨੂੰ ਲੈ ਕੇ ਕਿਟਸ ਨੇ ਉਹਨਾਂ ਦੀ ਕਮੀ ਹੈ ਉਸ ਦਾ ਸਾਹਮਣਾ ਤਾਂ ਜ਼ਰੂਰ ਕੀਤਾ ਗਿਆ ਹੈ, ਜਿਸ ਦੇ ਵਾਸਤੇ ਉਹਨਾਂ ਨੂੰ ਪੂਰਾ ਕਰਨ ਲਈ ਜੋ ਵੱਖੋ ਵੱਖਰੇ ਦੇਸ਼ਾਂ ਤੋਂ ਸਪਲਾਈ ਵੀ ਮੰਗਵਾਈ ਗਈ ਹੈ, ਤਾਂ ਉਸ ਸਪਲਾਈ ਦੇ ਹੌਲੀ ਹੋਣ ਕਰਕੇ ਵੀ ਜੋ ਕੋਵਿਡ-19 ਦੇ ਕਰਕੇ ਦੁਨੀਆ ਭਰ 'ਚ ਸਪਲਾਈ ਚੇਨ ਇਸ ਵਕਤ ਹੌਲੀ ਹੋਈ ਪਈ ਹੈ, ਉਸ ਦੇ ਕਰਕੇ ਵੀ ਵੱਡੀਆਂ ਚੁਣੌਤੀਆਂ ਆ ਰਹੀਆਂ ਨੇ। ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਾਰਾ ਸ਼ੁਰੂ ਤੋਂ ਜਾਣਕਾਰੀ ਦਿੰਦੇ ਰਹੇ ਹਾਂ ਕਿ ਅਲਬਰਟਾ ਵਿੱਚ ਕਿਵੇਂ ਕਾਰਗਿਲ ਪਲਾਂਟ ਹੈ ਜਿਹੜਾ ਉੱਥੇ ਕਰੋਨਾ ਵਾਇਰਸ ਫੈਲਿਆ, ਜਿਸ ਤੋਂ ਬਾਅਦ ਕੰਪਨੀ ਦੇ ਵਿੱਚੋਂ ਹੀ 1000 ਦੇ ਕਰੀਬ ਕਾਮਿਆਂ ਨੂੰ ਕਰੋਨਾ ਵਾਇਰਸ ਹੋ ਗਿਆ ਤੇ ਅੱਗੇ ਉਹਨਾਂ ਕਾਮਿਆਂ ਦੇ ਪਰਿਵਾਰਕ ਮੈਂਬਰ ਤੇ ਹੋਰਾਂ ਨੂੰ ਕਰੋਨਾ ਵਾਇਰਸ ਹੋਣ ਦੇ ਮਾਮਲੇ ਵੀ ਸਾਹਮਣੇ ਆਏ, ਜਿਸ ਦੇ ਕਰਕੇ ਇੱਕੋ ਕੰਪਨੀ ਦੇ ਵਿੱਚੋਂ ਕਾਫੀ ਜ਼ਿਆਦਾ ਕਰੋਨਾ ਵਾਇਰਸ ਫੈਲਿਆ ਤੇ ਕੈਨੇਡਾ ਭਰ ਵਿੱਚ ਕਾਰਗਿਲ ਇੱਕ ਅਜਿਹੀ ਕੰਪਨੀ ਹੈ ਜਿੱਥੇ ਹੁਣ ਤੱਕ ਸਭ ਤੋਂ ਜ਼ਿਆਦਾ ਕਾਮੇ ਕਰੋਨਾ ਵਾਇਰਸ ਦੇ ਪੀੜਤ ਹੋਏ ਨੇ। ਪਰ 2 ਹਫ਼ਤੇ ਬਾਅਦ ਅੱਜ ਇਸ ਕੰਪਨੀ ਨੂੰ ਖੋਲ੍ਹ ਦਿੱਤਾ ਗਿਆ। ਕੰਪਨੀ ਵਿੱਚ ਦਾਅਵਾ ਕੀਤਾ ਗਿਆ ਕਿ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਕੀਤੇ ਗਏ ਨੇ, ਪਰ ਇੱਕ ਯੂਨੀਅਨ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਕਾਮੇ ਕਾਫੀ ਜ਼ਿਆਦਾ ਡਰੇ ਹੋਏ ਨੇ ਅਜਿਹਾ ਨਾ ਕੀਤਾ ਜਾਵੇ, ਕਿਉਂਕਿ ਸੁਰੱਖਿਆ ਨੂੰ ਲੈ ਕੇ ਇਸ ਵਕਤ ਜਿੱਥੇ ਇੱਕ ਪਾਸੇ ਵੱਡੀ ਚੁਣੌਤੀ ਹੈ ਪਰ ਦੂਜੇ ਪਾਸੇ ਵਿੱਤੀ ਸੰਕਟ ਨੂੰ ਲੈ ਕੇ ਵੀ ਇੱਕ ਵੱਡੀ ਚੁਣੌਤੀ ਹੈ। ਅਜਿਹਾ ਨਾ ਹੋਵੇ ਇਸ ਦੇ ਲਈ ਕਾਫੀ ਇੰਸਪੈਕਸ਼ਨਸ ਵੀ ਹੋਈਆਂ ਨੇ ਤੇ ਅਲਬਰਟਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਪੂਰੀ ਤਰ੍ਹਾਂ ਕੰਪਨੀ ਨੂੰ ਸੁਰੱਖਿਅਤ ਬਣਾ ਕੇ ਹੀ
ਕਾਮਿਆਂ ਨੂੰ ਮੁੜ ਤੋਂ ਉੱਥੇ ਆ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿੱਥੇ ਕਿ ਕੋਵਿਡ-19 ਸੰਬੰਧੀ ਹੁਣ ਕਈ ਹਦਾਇਤਾਂ ਨੇ ਜਿਹੜੀਆਂ ਉਹ ਹੋਰ ਵੀ ਜ਼ਿਆਦਾ ਸਖਤੀ ਨਾਲ ਲਾਗੂ ਕੀਤੀਆਂ ਗਈਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਕਾਰਗਿਲ ਮੀਟ ਪਲਾਂਟ ਹੈ ਜੋ ਬੀਫ ਦੀ ਪ੍ਰੋਡਕਸ਼ਨ ਕਰਦਾ ਹੈ, ਤੇ ਇਹ ਅਜਿਹਾ ਪਲਾਂਟ ਹੈ ਜੋ ਕੈਨੇਡਾ ਭਾਰਤ ਵਿੱਚ 40% ਤੱਕ ਬੀਫ ਨੂੰ ਅੱਗੇ ਪਹੁੰਚਾਉਣ ਦਾ ਯੋਗਦਾਨ ਪਾਉਂਦਾ ਹੈ, ਜਿਸ ਦੇ ਕਰਕੇ ਵਿੱਤੀ ਸੰਕਟ ਸੀ ਜਿਹੜਾ ਉਹ ਕਾਫੀ ਹੋਰ ਜ਼ਿਆਦਾ ਅੱਗੇ ਤੋਂ ਅੱਗੇ ਜਿੰਨੀ ਵੀ ਚੇਨ ਹੈ ਉਹ ਪ੍ਰਭਾਵਿਤ ਹੋਣੀ ਸੀ ਜੇਕਰ ਜ਼ਿਆਦਾ ਦੇਰ ਇਹ ਪਲਾਂਟ ਬੰਦ ਰਹਿੰਦਾ ਹੈ, ਜਿਸ ਕਰਕੇ ਇਸ ਕੰਪਨੀ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਪਰ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਕਾਮਿਆਂ ਦੇ ਦਰਮਿਆਨ ਡਰ ਹੈ ਉਹ ਫਿਲਹਾਲ ਫਿਰ ਬਣਿਆ ਹੋਇਆ ਹੈ, ਕਿਉਂਕਿ 1000 ਦੇ ਕਰੀਬ ਜਿੱਥੇ ਇੱਕ ਪਾਸੇ ਇਸ ਕੰਪਨੀ ਤੋਂ ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਇਆ ਹੈ ਤਾਂ ਉੱਥੇ ਹੀ ਇੱਕ ਔਰਤ ਦੀ ਮੌਤ ਵੀ ਹੋਈ ਹੈ। ਤੇ ਉੱਧਰ ਜਿਵੇਂ ਕੋਵਿਡ-19 ਦੇ ਕਰਕੇ ਇਸ ਸਮੇਂ ਮਾਨਸਿਕ ਤੌਰ ਦੇ ਉੱਤੇ ਜੇਕਰ ਕਿਸੇ ਦੇ ਉੱਤੇ ਦਬਾਅ ਪੈਂਦਾ ਹੈ ਤੇ ਇਸ ਦੌਰਾਨ ਘਰਾਂ ਵਿੱਚ ਮਾਹੌਲ ਖਰਾਬ ਹੁੰਦਾ ਹੈ ਤਾਂ ਉਸ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜੋ ਕਦਮ ਚੁੱਕੇ ਜਾ ਰਹੇ ਨੇ ਉਸੇ ਤਹਿਤ ਇੱਕ ਗ੍ਰਾਂਟ ਇੱਕ ਖਾਸ ਤੌਰ ਦੇ ਉੱਤੇ ਆਰਗੇਨਾਈਜੇਸ਼ਨ ਦੇ ਵਾਸਤੇ ਜਾਰੀ ਕੀਤੀ ਗਈ ਹੈ। ਤੁਹਾਨੂੰ ਦਿਖਾਉਂਦੇ ਹਾਂ ਆਖਿਰ ਕੀ ਇਹ ਪੂਰੀ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਡੈਲਟਾ ਅਸਿਸਟ ਫੈਮਿਲੀ ਐਂਡ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਲਈ $30,000 ਦੀ ਗ੍ਰਾਂਟ ਜਾਰੀ ਕੀਤੀ ਹੈ। ਦਰਅਸਲ ਇਹ ਗ੍ਰਾਂਟ ਔਰਤਾਂ ਤੇ ਬੱਚਿਆਂ ਦੇ ਖਿਲਾਫ ਹੁੰਦੀ ਹਿੰਸਾ ਨੂੰ ਰੋਕਣ ਦੇ ਵਾਸਤੇ ਹੈ, ਜਿਸ ਤਹਿਤ ਹੈਲਦੀ ਰਿਲੇਸ਼ਨਸ਼ਿਪਸ ਯਾਨੀ ਕਿ ਵਧੀਆ ਤੇ ਖੂਬਸੂਰਤ ਰਿਸ਼ਤਿਆਂ ਦੀ ਸ਼ੁਰੂਆਤ ਦੇ ਵਾਸਤੇ ਕੰਮ ਕੀਤਾ ਜਾਵੇਗਾ। ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ ਉਸ ਤਹਿਤ ਇੱਕ ਪ੍ਰੋਗਰਾਮ ਦੇ ਅਧੀਨ, ਜਿਸ ਦੇ ਲਈ ਨਾ ਸਿਰਫ ਡੈਲਟਾ ਸਗੋਂ ਸਰੀ, ਲੈਂਗਲੀ ਤੇ ਨਿਊ ਵੈਸਟਮਿੰਸਟਰ ਦੇ ਵਿੱਚ ਕੰਮ ਕੀਤਾ ਜਾਵੇਗਾ, ਜਿੱਥੇ ਕਿ ਔਰਤਾਂ ਤੇ ਬੱਚਿਆਂ ਦੇ ਵਤੀਰੇ ਨੂੰ ਦੇਖਦੇ ਹੋਏ ਉਹਨਾਂ ਦੀ ਮਦਦ ਕੀਤੀ ਜਾਵੇਗੀ, ਜਿਨ੍ਹਾਂ ਦੇ ਵੱਲੋਂ ਉਹਨਾਂ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ, ਜਿਸ ਤਹਿਤ ਜਿਵੇਂ ਕਿ ਕਿਸੇ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਸੰਬੰਧੀ ਕੀ ਕੰਮ ਕਰਨਾ ਚਾਹੀਦਾ ਹੈ ਤੇ ਇਸ ਦੌਰਾਨ ਬੱਚਿਆਂ ਦਰਮਿਆਨ ਵੀ ਤੇ ਔਰਤਾਂ ਦਰਮਿਆਨ ਵੀ ਕਿਵੇਂ ਉਹਨਾਂ ਦੇ ਨਾਲ ਵਤੀਰਾ ਕਰਨਾ ਚਾਹੀਦਾ ਹੈ, ਇਸ ਦੇ ਉੱਤੇ ਕੰਮ ਕੀਤਾ ਜਾਵੇਗਾ। ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵੱਖੋ ਵੱਖਰੇ ਅਦਾਰਿਆਂ ਨੂੰ ਵਿੱਤੀ ਮਦਦ ਦਿੱਤੀ ਜਾ ਰਹੀ ਹੈ, ਕਿਉਂਕਿ ਖਾਸ ਤੌਰ ਦੇ ਉੱਤੇ ਕੋਵਿਡ-19 ਦੌਰਾਨ ਜਿੱਥੇ ਇੱਕ ਪਾਸੇ ਜ਼ਿਆਦਾ ਤੋਂ ਜ਼ਿਆਦਾ ਪਰਿਵਾਰ ਘਰਾਂ ਦੇ ਵਿੱਚ ਹੀ ਇਕੱਠੇ ਰਹਿ ਰਹੇ ਨੇ ਤਾਂ ਦੂਜੇ ਪਾਸੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਝਗੜਿਆਂ ਦੀਆਂ ਸ਼ਿਕਾਇਤਾਂ ਵੀ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਤੇ ਇਸੇ ਲਈ ਸਰਕਾਰ ਦੇ ਵੱਲੋਂ ਮਦਦ ਦਿੱਤੀ ਜਾ ਰਹੀ ਹੈ ਕਿ ਅਜਿਹੇ ਵਿੱਚ ਔਰਤਾਂ ਤੇ ਬੱਚਿਆਂ ਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਹੋਵੇ। ਅਗਲੀ ਖਬਰ ਸਰੀ ਤੋਂ ਹੈ, ਜਿੱਥੇ ਨਿਊਟਨ ਖੇਤਰ ਵਿੱਚ ਇੱਕ ਘਰ ਦੇ ਵਿੱਚੋਂ ਨਸ਼ਾ ਤਸਕਰੀ ਦਾ ਸਮਾਨ, ਸਬੂਤ ਤੇ ਨਾਲ ਹੀ ਕੈਸ਼ ਤੇ ਹੋਰ ਚੀਜ਼ਾਂ ਵੀ ਪੁਲਿਸ ਨੇ ਬਰਾਮਦ ਕੀਤੀਆਂ, ਜਿਸ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਸਰੀ ਦੇ ਨਿਊਟਨ ਖੇਤਰ ਵਿੱਚ ਇੱਕ ਘਰ ਦੇ ਵਿੱਚੋਂ ਨਸ਼ੇ ਤੇ ਨਸ਼ਾ ਤਸਕਰੀ ਦਾ ਸਮਾਨ ਤੇ ਕੈਸ਼ ਬਰਾਮਦ ਕੀਤਾ ਹੈ, ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਮਾਰਚ 27, 2020 ਨੂੰ ਸਰੀ RCMP ਨੂੰ ਇੱਕ ਜਾਣਕਾਰੀ ਦਿੱਤੀ ਗਈ ਸੀ ਕਿਸੇ ਵੱਲੋਂ, ਜੋ ਕਿ ਸ਼ੱਕ ਜਤਾਇਆ ਗਿਆ ਸੀ ਕਿ ਉੱਥੇ ਨਸ਼ਾ ਤਸਕਰੀ ਹੋ ਰਹੀ ਹੈ, ਜਿਸ ਤੋਂ ਬਾਅਦ ਕਮਿਊਨਿਟੀ ਰਿਸਪੌਂਸ ਯੂਨਿਟ ਨੇ ਇਸ ਦੇ ਉੱਤੇ ਕੰਮ ਕੀਤਾ ਤੇ 1 ਮਹੀਨਾ ਲਗਾਤਾਰ ਇਸ ਦੇ ਉੱਤੇ ਜਾਂਚ ਹੋਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਪ੍ਰੈਲ 28, 2020 ਨੂੰ ਇੱਕ ਘਰ ਦੇ ਵਿੱਚ 6000 ਬਲਾਕ ਤੇ 140 ਸਟਰੀਟ ਦੇ ਉੱਤੇ ਪੁਲਿਸ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਤੋਂ ਬਾਅਦ ਘਰ ਦੇ ਵਿੱਚੋਂ ਪੁਲਿਸ ਨੂੰ $15,000 ਕੈਨੇਡੀਅਨ ਤੇ $275 ਕੈਸ਼, ਚਾਕੂ, ਕਿਰਪਾਨਾਂ, 에ਅਰਸੌਫਟ ਗਨ ਤੇ ਨਾਲ ਹੀ ਨਸ਼ਾ ਤਸਕਰੀ ਦਾ ਸਮਾਨ ਮਿਲਿਆ ਤੇ ਕਈ ਪੈਕਿੰਗਸ ਮਿਲੀਆਂ, ਜਿਸ ਦੇ ਵਿੱਚ ਨਸ਼ੇ ਨੂੰ ਪੈਕ ਕੀਤਾ ਹੋਇਆ ਸੀ, ਜਿਸ ਦੇ ਬਾਰੇ ਪੁਲਿਸ ਦਾ ਮੰਨਣਾ ਹੈ ਕਿ ਵੇਚਣ ਵਾਸਤੇ ਨਸ਼ਾ ਪੈਕ ਕੀਤਾ ਹੋਇਆ ਸੀ, ਜਿਸ 'ਚ ਫੈਂਟਨਲ, ਕੋਕੇਨ ਤੇ ਗੋਲੀਆਂ ਵੀ ਸ਼ਾਮਲ ਸਨ। ਇਸ ਦੌਰਾਨ ਪੁਲਿਸ ਨੇ 2 ਪੁਰਸ਼ ਤੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ ਕੁਝ ਦੇਰ ਬਾਅਦ ਛੱਡ ਵੀ ਦਿੱਤਾ ਗਿਆ, ਜਿਨ੍ਹਾਂ ਦੇ ਉੱਤੇ ਹੁਣ ਤੱਕ ਕੋਈ ਮਾਮਲਾ ਤਾਂ ਦਰਜ ਨਹੀਂ ਹੋਇਆ, ਪਰ ਮਾਮਲੇ ਦੀ ਜਾਂਚ ਜ਼ਰੂਰ ਹਜੇ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਨਾਗਰਿਕਾਂ ਦੇ ਵੱਲੋਂ ਦਿੱਤੀ ਜਾਂਦੀ ਜਾਣਕਾਰੀ ਉਹਨਾਂ ਵਾਸਤੇ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ। ਆਪਣੇ ਆਲੇ ਦੁਆਲੇ ਜੇਕਰ ਤੁਹਾਡੇ ਕੋਈ ਵੀ ਸ਼ੱਕੀ ਘਟਨਾ ਜਾਂ ਸ਼ੱਕੀ ਵਿਅਕਤੀ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ, ਤਾਂ ਕਿ ਚੁਫੇਰੇ ਪੁਲਿਸ ਦੇ ਵੱਲੋਂ ਧਿਆਨ ਰੱਖਿਆ ਜਾਵੇ ਤੇ ਨਾਲ ਹੀ ਕ੍ਰਾਈਮ ਨੂੰ ਖਤਮ ਕੀਤਾ ਜਾ ਸਕੇ। ਅਗਲੀ ਖਬਰ ਹੈ ਇਮੀਗ੍ਰੇਸ਼ਨ ਵਿਭਾਗ ਦੇ ਬਾਰੇ। ਇਮੀਗ੍ਰੇਸ਼ਨ ਵਿਭਾਗ ਨੇ ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਵੀ ਵਿਅਕਤੀਆਂ ਦੇ ਵੱਲੋਂ ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਵਾਸਤੇ ਅਰਜ਼ੀਆਂ ਦਿੱਤੀਆਂ ਜਾਣੀਆਂ ਨੇ, ਜੇਕਰ ਉਹਨਾਂ ਦੀ ਅਰਜ਼ੀਆਂ ਪੂਰੀ ਤਰ੍ਹਾਂ ਪੂਰੀਆਂ ਨੇ ਤਾਂ ਉਹ ਅਰਜ਼ੀਆਂ ਆਪਣੀਆਂ ਜਮ੍ਹਾਂ ਕਰਵਾ ਸਕਦੇ ਨੇ। ਇਸ ਦਾ ਕੰਮ ਰੁਕਿਆ ਨਹੀਂ ਹੈ, ਪਰ ਹੌਲੀ ਹੋ ਗਿਆ ਹੈ ਤੇ ਇਸੇ ਸੰਬੰਧੀ ਜਾਣਕਾਰੀ ਇਹ ਵੀ ਦਿੱਤੀ ਗਈ ਹੈ ਖਾਸ ਤੌਰ ਦੇ ਉੱਤੇ ਕਿ ਜਿਹੜੇ ਵੀ ਵਿਅਕਤੀ ਜੋ PR ਨੇ
ਉਹ ਕੈਨੇਡਾ ਤੋਂ ਬਾਹਰ ਨੇ ਜੇਕਰ ਇਸ ਵਕਤ, ਤਾਂ ਉਸ ਸਮੇਂ ਨੂੰ ਬੇਸ਼ੱਕ ਕੋਵਿਡ-19 ਦੇ ਕਰਕੇ ਕਈ ਚੀਜ਼ਾਂ ਵਿੱਚ ਛੋਟ ਦਿੱਤੀ ਗਈ ਹੈ, ਪਰ ਕੋਵਿਡ-19 ਦੇ ਕਰਕੇ ਇਹ ਛੋਟ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ ਕਿ ਜਿਹੜੇ ਵਿਅਕਤੀ ਕੈਨੇਡਾ ਤੋਂ ਇਸ ਵਕਤ ਬਾਹਰ ਬੈਠੇ ਨੇ ਉਹਨਾਂ ਦੇ ਉਸ ਸਮੇਂ ਨੂੰ ਕੈਨੇਡਾ ਵਿੱਚ ਰਹਿਣ ਦੇ ਸਮੇਂ ਦਰਮਿਆਨ ਜੋੜਿਆ ਜਾਵੇ, ਕਿਉਂਕਿ ਇੱਕ ਸੀਮਤ ਸੀਮਾ ਦੇ ਦਿਨ ਹੁੰਦੇ ਨੇ, ਉਨੇ ਚਿਰ ਕੈਨੇਡਾ ਦੇ ਵਿੱਚ ਰਹਿਣਾ ਪੈਂਦਾ, ਜਿਸ ਤੋਂ ਬਾਅਦ ਨਾਗਰਿਕਤਾ ਦੇ ਵਾਸਤੇ ਅਰਜ਼ੀ ਦਿੱਤੀ ਜਾ ਸਕਦੀ ਹੈ, ਨਾਗਰਿਕਤਾ ਕੈਨੇਡਾ ਦੀ ਮਿਲਦੀ ਹੈ। ਪਰ ਇਸ ਦੌਰਾਨ ਖਾਸ ਜਾਣਕਾਰੀ ਉਹਨਾਂ ਲਈ ਜਾਰੀ ਕੀਤੀ ਗਈ ਹੈ ਜੋ ਕੈਨੇਡਾ ਤੋਂ ਬਾਹਰ ਬੈਠੇ ਨੇ, ਕਿ ਉਹਨਾਂ ਦੇ ਉਸ ਸਮੇਂ ਨੂੰ ਨਹੀਂ ਗਿਣਿਆ ਜਾਵੇਗਾ ਉਸ ਸਮੇਂ ਵਿੱਚ ਜਿੰਨਾ ਚਿਰ ਕੈਨੇਡਾ ਵਿੱਚ ਰਹਿਣਾ ਜ਼ਰੂਰੀ ਹੁੰਦਾ ਨਾਗਰਿਕਤਾ ਦੇ ਵਾਸਤੇ। ਅਤੇ ਇਸ ਸੰਬੰਧੀ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਛੋਟ ਹੈ ਜੋ ਉਹ ਜੇਕਰ ਫੌਜ ਦੇ ਵਿੱਚ ਕੋਈ ਕੰਮ ਕਰਦਾ ਹੈ ਕੈਨੇਡਾ ਦੀ, ਜਾਂ ਫਿਰ ਕੋਈ ਫੈਡਰਲ ਸਰਕਾਰ ਦੇ ਵਾਸਤੇ ਕੰਮ ਕਰਦਾ, ਜਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਵਾਸਤੇ, ਸੂਬਾ ਸਰਕਾਰ ਵਾਸਤੇ ਕੰਮ ਕਰਦਾ, ਅਤੇ ਉਹ PR ਹੈਗਾ, ਸਿਰਫ ਉਹਨਾਂ ਵਾਸਤੇ ਛੋਟ ਜ਼ਰੂਰ ਹੈਗੀ ਹੈ। ਪਰ ਉਹ ਵੀ ਜਿਵੇਂ ਅਰਜ਼ੀਆਂ ਦੇਣਗੇ ਅਤੇ ਉਹਨਾਂ ਅਰਜ਼ੀਆਂ ਦੇ ਵਿੱਚ ਪੂਰਾ ਰਿਵਿਊ ਕੀਤਾ ਜਾਵੇਗਾ ਕਿ ਕੀ ਉਹ ਇਸ ਦੇ ਯੋਗ ਹਨ, ਜਿਸ ਤੋਂ ਬਾਅਦ ਹੀ ਇਮੀਗ੍ਰੇਸ਼ਨ ਵਿਭਾਗ ਜਾਣਕਾਰੀ ਦੇਵੇਗਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਕੰਮ ਆਰਜ਼ੀ ਤੌਰ ਦੇ ਉੱਤੇ ਕੋਵਿਡ-19 ਦੇ ਕਰਕੇ ਕੰਮ ਤੋਂ ਹਟਾਏ ਜਾ ਰਹੇ ਨੇ, ਇੱਕ ਸਮਾਂ ਸੀਮਾ ਹੁੰਦੀ ਹੈ ਕਿ ਉਸ ਸਮਾਂ ਸੀਮਾ ਦੇ ਦਰਮਿਆਨ ਜੇਕਰ ਆਰਜ਼ੀ ਤੌਰ ਦੇ ਉੱਤੇ ਹਟਾਏ ਗਏ ਕੰਮ ਮੁੜ ਤੋਂ ਕੰਮ 'ਤੇ ਨਹੀਂ ਆਉਂਦੇ ਤਾਂ ਉਹਨਾਂ ਦੀ ਪੱਕੀ ਛੁੱਟੀ ਹੋ ਜਾਂਦੀ ਹੈ। ਪਰ ਉਸ ਸਮਾਂ ਸੀਮਾ ਨੂੰ ਹੁਣ ਹੋਰ ਵੀ ਜ਼ਿਆਦਾ ਵਧਾ ਦਿੱਤਾ ਗਿਆ ਹੈ, ਜਿਸ ਦੇ ਬਾਰੇ ਮਿਨਿਸਟਰ ਹੈਰੀ ਬੈਂਸ ਨੇ TV ਪੰਜਾਬ ਤੇ ਜਾਣਕਾਰੀ ਦਿੱਤੀ। ਆਪਾਂ ਨੂੰ ਪਤਾ ਕਿ ਕੋਵਿਡ-19 ਕਰਕੇ ਹਾਲਾਤ ਇਹੋ ਜਿਹੇ ਬਣ ਗਏ ਕਿ ਇੰਪਲੋਇਰ ਤੇ ਵਰਕਰਸ ਵਾਸਤੇ ਕਾਫੀ ਅਨਸਰਟਨਟੀ ਬਣ ਗਈ ਸੀਗੀ। ਸੋ ਅਸੀਂ ਦੇਖਦੇ ਹਾਂ ਨੰਬਰ 1 ਪ੍ਰਾਇੋਰਟੀ ਸਰਕਾਰ ਦੀ ਇਹ ਸੀ ਕਿ ਲੋਕਾਂ ਦੀ ਹੈਲਥ ਐਂਡ ਸੇਫਟੀ ਨੂੰ ਪ੍ਰੋਟੈਕਟ ਕਰੀਏ, ਵਰਕਰਸ ਦੀ ਹੈਲਥ ਐਂਡ ਸੇਫਟੀ ਨੂੰ ਪ੍ਰੋਟੈਕਟ ਕਰੀਏ ਜਿਹੜੇ ਕਿ ਕੰਮ ਕਰ ਰਹੇ ਸੀਗੇ। ਖਾਸ ਤੌਰ 'ਤੇ ਉਹ ਐਸੈਂਸ਼ੀਅਲ ਵਰਕਰਸ ਜਿਹੜੇ ਹੈਗੇ ਆ, ਐਸੈਂਸ਼ੀਅਲ ਸਰਵਿਸ ਪ੍ਰੋਵਾਈਡ ਕਰਦੇ ਆ ਸਾਨੂੰ। ਸੋ ਉਹਨਾਂ ਵਾਸਤੇ ਕਾਫੀ ਕਦਮ ਉਠਾਏ ਸਰਕਾਰ ਨੇ। $5 ਬਿਲੀਅਨ BC ਸਰਕਾਰ ਨੇ ਉਹਦਾ ਪੈਕੇਜ ਲੈ ਕੇ ਆਉਂਦਾ, ਇਕਨੋਮਿਕ ਪੈਕੇਜ, ਤਾਂ ਕਿ ਵਰਕਰਸ ਜਾਂ ਜਿਨ੍ਹਾਂ ਦੇ ਕੰਮ ਟੁੱਟ ਗਏ ਆ, ਇਨਕਮ ਘੱਟ ਗਈ ਆ, ਉਹਨਾਂ ਨੂੰ ਕੁਛ ਪੈਸੇ ਮਿਲ ਸਕਣ ਘਰ ਦੇ ਵਿੱਚ, ਜਿਹੜਾ ਕਿ ਮਈ 1 ਤੋਂ $1000 ਉਹ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਏਗਾ। ਅਤੇ ਉਹ ਇਹ ਸਾਰਾ ਕੁਛ ਹੈਗਾ। ਫਿਰ ਫੈਡਰਲ ਸਰਕਾਰ ਜਿਹੜਾ ਉਹਨਾਂ ਦੇ ਪ੍ਰੋਗਰਾਮ ਹੈ, ਉਹਨਾਂ ਵਿੱਚ ਜਿਹੜੇ ਗੈਪ ਰਹਿ ਗਏ ਸੀ ਉਹਨਾਂ ਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਜਿਹੜੇ ਬਿਜ਼ਨਸਿਸ ਹੈਗੇ ਆ ਉਹਨਾਂ ਵਾਸਤੇ, ਉਹਨਾਂ ਦੀਆਂ ਰੈਂਟ ਵਾਸਤੇ, ਉਹਨਾਂ ਦੇ ਪ੍ਰਾਪਰਟੀ ਟੈਕਸਿਸ 'ਤੇ ਕਿੱਦਾਂ ਅਸੀਂ ਉਹਨਾਂ ਨੂੰ ਛੋਟ ਦੇ ਦਿੱਤੀ ਜਾਵੇ, ਡਿਲੇ ਕਰ ਦਿੱਤੇ ਜਾਣ, ਅਤੇ ਨਾਲ ਦੀ ਨਾਲ ਕੁਛ ਛੋਟਾਂ ਜਿਸ ਤਰ੍ਹਾਂ ਕਿ ਜਿਹੜਾ ਹੈਗਾ ਪ੍ਰਾਪਰਟੀ ਸਕੂਲ ਟੈਕਸ ਹੈਗੇ ਪੇ ਕਰਦੇ ਆ। ਸੋ ਓਵਰਆਲ ਜਿਹੜਾ ਪ੍ਰਾਪਰਟੀ ਟੈਕਸ ਹੈਗਾ ਆ ਉਹ 25% ਦੀ ਛੋਟ ਮਿਲ ਜਾਣੀ ਆ ਬਿਜ਼ਨਸਿਸ ਨੂੰ BC ਦੇ ਵਿੱਚ। ਅਤੇ ਜਿਹੜੇ ਉਹਨਾਂ ਨੇ ਟੈਕਸ ਕਲੈਕਟ ਕੀਤੇ ਹੁੰਦੇ ਆ ਪ੍ਰੋਵਿੰਸ ਦੇ ਬਿਹਾਫ 'ਤੇ, ਪ੍ਰੋਵਿੰਸ਼ੀਅਲ ਹੈਲਥ ਟੈਕਸ ਪੇ ਕਰਨਾ ਸੀ, ਉਹ ਉਹਨਾਂ ਨੂੰ ਕਹਿ ਦਿੱਤਾ ਕੋਈ ਡਿਲੇ ਕਰ ਸਕਦੇ ਸੈਪਟੈਂਬਰ 30 ਤੱਕ। ਪ੍ਰੋਵਿੰਸ਼ੀਅਲ ਸੇਲਸ ਟੈਕਸ ਜਾਂ ਕਾਰਬਨ ਟੈਕਸ ਵਰਗੀਆਂ ਜਿਹੜੀਆਂ ਟੈਕਸਿਸ ਹੈਗੇ ਉਹ ਵੀ ਸੈਪਟੈਂਬਰ 30 ਤੱਕ ਉਹ ਪੇ ਕਰ ਸਕਦੇ ਆ, ਤਾਂ ਕਿ ਉਹਨਾਂ ਕੋਲ ਕੈਸ਼ ਫਲੋ ਬਣਿਆ ਰਹੇ, ਵਰਕਰ ਨੂੰ ਇੰਪਲੋਏ ਕਰੀ ਰੱਖਣ। ਅਤੇ ਹੁਣ ਅਸੀਂ ਇੱਕ ਇਹ ਆ ਰਹੀ ਸੀ ਕਿਉਂਕਿ ਲੋਕਾਂ ਨੂੰ, ਬਿਜ਼ਨਸ ਨੂੰ ਮੌਕਾ ਨਹੀਂ ਮਿਲਿਆ ਜਿਹੜਾ ਕਿ ਇੰਪਲੋਇਮੈਂਟ ਸਟੈਂਡਰਡ ਦੇ ਅਧੀਨ ਜੇ ਕਿਸੇ ਨੂੰ ਤੁਸੀਂ ਲੇ ਆਫ ਕਰਦੇ ਹੋ ਅਤੇ ਉਹਨਾਂ ਦਾ ਹੱਕ ਬਣਦਾ ਇੰਪਲੋਇਮੈਂਟ ਸਟੈਂਡਰਡ ਅਧੀਨ ਕਿ ਉਹਨਾਂ ਨੂੰ ਨੋਟਿਸ ਮਿਲੇ ਉਹਨਾਂ ਦੀ ਸਰਵਿਸ ਮੁਤਾਬਿਕ। ਅਤੇ ਜੇ ਤੁਸੀਂ ਵਰਕਿੰਗ ਨੋਟਿਸ ਨਹੀਂ ਦਿੰਦੇ ਤਾਂ ਫਿਰ ਉਹਨਾਂ ਦੀ ਸੇਵਰੈਂਸ ਪੇ ਬਣਦੀ ਆ, ਉਹਦੇ ਨਾਲ ਪਰਮਾਨੈਂਟ ਉਹ ਜਿਹੜਾ ਹੈਗਾ ਲੇ ਆਫ ਹੋ ਜਾਂਦੀ ਆ। ਪਰ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਸੀਗੀ ਕਿ ਇੰਪਲੋਇਰ ਅਤੇ ਇੰਪਲੋਈ ਰਲ ਕੇ 13 ਵੀਕ ਵਾਸਤੇ ਟੈਂਪਰੇਰੀ ਲੇ ਆਫ ਲੈ ਸਕਦੇ ਸੀਗੇ। ਤਾਂ ਜੇ 13 ਵੀਕ ਦੇ ਵਿੱਚ ਤੁਸੀਂ ਮੁੜ ਕੇ ਦੁਬਾਰਾ ਬਿਜ਼ਨਸ ਚਾਲੂ ਹੋ ਜਾਂਦਾ, ਵਰਕਰ ਸਾਰੇ ਰੀਕਾਲ ਹੋਣਗੇ, ਆਪਣੀ ਜੌਬਸ 'ਤੇ ਆ ਸਕਦੇ ਆ। ਪਰ ਜੇ 13 ਵੀਕ ਤੋਂ ਫਿਰ ਵੱਧ ਜਾਂਦਾ ਟਾਈਮ ਤਾਂ ਫਿਰ ਉਹਨਾਂ ਨੂੰ ਪਰਮਾਨੈਂਟ ਉਹ ਸ਼ਟਡਾਊਨ ਹੋ ਜਾਂਦੀ, ਪਰਮਾਨੈਂਟ ਲੇ ਆਫ ਹੋ ਜਾਂਦੀ ਆ, ਅਤੇ ਉਹਨਾਂ ਨੂੰ ਫਿਰ ਸੈਵਰੈਂਸ ਪੇ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਵਰਕਿੰਗ ਨੋਟਿਸ ਨਹੀਂ ਸੀ ਮਿਲਿਆ। ਸੋ ਸਾਨੂੰ ਉਹ ਕਹਿ ਰਹੇ ਸੀ 13 ਵੀਕ ਇਨਫ ਨਹੀਂ ਹੋਏਗਾ ਕਿਉਂਕਿ ਹਾਲਾਤ ਇਹੋ ਜਿਹਾ, ਅਨਸਰਟਨੀ ਇਹੋ ਜਿਹੀ ਬਣ ਗਈ ਆ ਕਿ ਸਾਨੂੰ ਟਾਈਮ ਹੋਰ ਚਾਹੀਦਾ। ਫਿਰ ਇਸ ਕਰਕੇ ਉਹਨਾਂ ਨੇ ਸਾਨੂੰ ਅਪਰੋਚ ਕਰਦੇ ਸੀ ਅਤੇ ਅਸੀਂ ਫਿਰ ਹੁਣ ਨਵੀਂ ਚੇਂਜ ਲੈ ਕੇ ਆਏ ਹਾਂ ਕਿ ਅਸੀਂ ਉਹ ਜਿਹੜਾ 13 ਵੀਕ ਦਾ ਟੈਂਪਰੇਰੀ ਲੇ ਆਫ ਉਹ 16 ਵੀਕ ਕਰ ਦਿੱਤਾ। ਜੇ ਇੰਪਲੋਇਰ ਅਤੇ ਇੰਪਲੋਈ ਮੰਨਣ ਅਤੇ ਉਹ 16 ਵੀਕ ਫਿਰ ਟੈਂਪਰੇਰੀ ਲੇ ਆਫ ਹੋਏਗਾ, ਅਤੇ 16 ਵੀਕ ਦੇ ਵਿੱਚ ਮੁੜ ਕੇ ਦੁਬਾਰਾ ਰੀਕਾਲ ਹੋ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਸੈਵਰੈਂਸ ਨਹੀਂ ਦੇਣੀ ਪਏਗੀ ਇੰਪਲੋਇਰ ਨੂੰ, ਅਤੇ ਵਰਕਰ ਦੇ ਜਿਹੜੇ ਰੀਕਾਲ ਰਾਈਟ ਉਹ ਤਿਉਂ ਦੇ ਤਿਉਂ ਕਾਇਮ ਰਹਿਣਗੇ। ਇਹਦੇ ਨਾਲ ਦੋਨਾਂ ਨੂੰ ਫਾਇਦਾ। ਇੰਪਲੋਇਰ ਨੂੰ ਪੈਸੇ ਚਾਹੀਦੇ ਆ ਕੈਸ਼ ਫਲੋ ਵਾਸਤੇ, ਉਹਨਾਂ ਨੂੰ ਪਤਾ ਕਿ ਅਸੀਂ ਦੁਬਾਰਾ ਵਰਕਰ ਕਾਲ ਕਰ ਲੈਣੇ ਆ, ਅਤੇ ਉਹ ਕਹਿੰਦੇ 13 ਵੀਕ ਥੋੜ੍ਹਾ ਵਧਾ ਦਿਓ, ਅਸੀਂ 16 ਵੀਕ ਦੇ ਵਿੱਚ ਰੀਕਾਲ ਕਰ ਲੈਣਗੇ ਅਤੇ ਉਹਨਾਂ ਨੂੰ ਸੈਵਰੈਂਸ ਪੇ ਨਹੀਂ ਦੇਣੀ ਪਏਗੀ। ਵਰਕਰ ਨੂੰ ਇਹ ਫਾਇਦਾ ਹੈਗਾ ਕਿ ਉਹਨਾਂ ਨੂੰ 13 ਵੀਕ ਬਾਅਦ ਉਹਨਾਂ ਦੇ ਇੰਪਲੋਇਮੈਂਟ ਸੈਵਰਡ ਹੋ ਜਾਣਾ ਸੀਗਾ,
ਤੇ ਉਹਨਾਂ ਨੂੰ ਹੋਏਗਾ ਕਿ 16 ਵੀਕ ਹੁਣ ਹੈਗੀ ਆ, ਤੇ ਉਹਦੇ ਨਾਲ ਉਹਨਾਂ ਦਾ ਰੀਕਾਲ ਰਾਈਟ ਕਾਇਮ ਰਹਿਣਗੇ, ਉਹਨਾਂ ਦਾ EMPLOYMENT ਜਿਹੜਾ ਸੰਬੰਧ ਬਣਿਆ ਰਹੇਗਾ EMPLOYER ਦੇ ਨਾਲ। ਜੌਬਸ ਤਾਂ ਅੱਗੇ ਨਹੀਂ ਮਿਲਦੀਆਂ ਤਾਂ ਉਹਨਾਂ ਨੂੰ ਉਹ ਜੌਬ ਦੁਬਾਰਾ ਉਹਨਾਂ ਵਾਸਤੇ ਕਾਇਮ ਹੋਏਗੀ। ਸੋ ਇਹ ਦੋਨੇ ਵਿਨ ਵਿਨ ਸਿਚੁਏਸ਼ਨਸ ਹੈਗੀਆਂ, ਤੇ ਅਸੀਂ ਇਹ ਅੱਜ ਤੋਂ ਚੇਂਜਸ ਲਿਆ ਰਹੇ ਹਾਂ ਤਾਂ ਕਿ EMPLOYER ਜਿਹੜਾ ਉਹਨਾਂ ਦਾ ਕੈਸ਼ ਫਲੋ ਜਿਹੜਾ ਹੱਦ ਤੱਕ ਆ ਉਹ ਠੀਕ ਰਹਿ ਸਕੇ, EMPLOYEE ਦੀ ਜਿਹੜੀ ਹੈਗੀ EMPLOYMENT ਰਿਲੇਸ਼ਨਸ਼ਿਪ ਆਪਣੇ EMPLOYER ਨਾਲ ਬਣਿਆ ਰਹਿ ਸਕੇ, ਤਾਂ ਕਿ ਉਹਨਾਂ ਨੂੰ ਜਦੋਂ ਮੁੜ ਕੇ ਕੰਮ ਸ਼ੁਰੂ ਹੋਣਗੇ ਤਾਂ ਉਹਨਾਂ ਨੂੰ ਰੀਕਾਲ ਕਰ ਲਿਆ। ਇੱਥੋਂ ਦੱਸ ਦਈਏ ਕਿ ਮਿਨਿਸਟਰ ਹੈਰੀ ਬੈਂਸ ਨੇ ਕਾਮਿਆਂ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਜਿਸ ਦੀ ਪੂਰੀ ਇੰਟਰਵਿਊ ਤੁਸੀਂ TV ਪੰਜਾਬ ਦੇ ਉੱਤੇ ਦੇਖ ਸਕਦੇ ਹੋ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।